ਸਤਨਾਮ ਵਾਹਿਗੁਰੂ ਸਾਹਿਬ ਜੀ। ਚਾਰੇ ਜਾਗੇ ਚੌ ਜੁਗੀ, ਪੰਚਾਇਨ ਆਪੇ ਹੋਆ। ਆਪੀ ਨੇ ਆਪ ਸਾਜਿਉਣ, ਆਪੇ ਹੀ ਥੰਮ ਖਲੋਆ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਆ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਪੰਜਵੇਂ ਸਤਿਗੁਰੂ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਗੁਰਪੁਰਬ ਹੈ। ਆਓ ਕੁਝ ਵਿਚਾਰਾਂ ਸਤਿਗੁਰੂ ਜੀ ਦੇ ਅੱਜ ਦੇ ਦਿਨ ਤੇ ਸਾਂਝੀਆਂ ਕਰਨ ਦਾ ਯਤਨ ਕਰੀਏ। ਗੁਰੂ ਪਿਆਰਿਓ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1563 ਦੇ ਵਿੱਚ ਸਿੱਖੀ ਦਾ ਧੁਰਾ ਕਹੀ ਜਾਂਦੀ ਪਾਵਨ ਧਰਤੀ ਸ੍ਰੀ ਗੋਬਿੰਦਵਾਲ ਸਾਹਿਬ, ਪਿਤਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਅਤੇ ਮਾਤਾ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਸਤਿਗੁਰੂ ਜੀ ਨੂੰ ਗੁਰਤਾ ਗੱਦੀ ਜਿਹੜੀ ਹੈ 1581 ਨੂੰ ਪ੍ਰਾਪਤ ਹੋਈ, ਤੇ ਜਿਸ ਵੇਲੇ ਸਤਿਗੁਰੂ ਜੀ ਨੇ ਗੁਰਤਾ ਗੱਦੀ ਦੀ ਸੰਭਾਲ ਕੀਤੀ ਹੈ, ਸੇਵਾ ਪ੍ਰਾਪਤ ਕੀਤੀ ਹੈ, ਉਸ ਵੇਲੇ ਸਤਿਗੁਰੂ ਜੀ ਦੀ ਉਮਰ ਲਗਭਗ 18 ਸਾਲ 4 ਮਹੀਨੇ ਦੀ ਹੈ। ਤਕਰੀਬਨ ਸਤਿਗੁਰੂ ਜੀ 24 ਸਾਲ ਤੇ 9 ਮਹੀਨੇ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਕੁੱਲ ਉਮਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਸਰੀਰਕ ਉਮਰ ਜਿਹੜੀ ਹੈ ਉਹ 43 ਸਾਲ ਦੀ ਹੈ। ਸਤਿਗੁਰੂ ਮਹਾਰਾਜ ਬਹੁਤ ਵੱਡੀਆਂ ਬਖਸ਼ਿਸ਼ਾਂ, ਰਹਿਮਤਾਂ, ਮੁਜੱਸਮੇ ਸਾਡੀ ਜੀਵਨ ਦੇ ਵਿੱਚ ਭਰ ਦਿੱਤੇ। ਚਾਹੇ ਬਚਪਨ ਤੋਂ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੇ ਆਸ਼ੀਰਵਾਦ ਦੋਹਤਾ ਬਾਣੀ ਕਾ ਬੋਹਿਥਾ, ਜੋ ਅਸੀਂ ਕੱਲ੍ਹ ਹੀ ਸਤਿਗੁਰੂ ਜੀ ਦਾ ਪਾਵਨ ਪਹਿਲਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ। ਬੇਅੰਤ ਬਖਸ਼ਿਸ਼ਾਂ ਆਪਣੇ ਜੀਵਨ ਵਿੱਚ ਸਤਿਗੁਰੂ ਨੇ ਸਾਡੇ ਜੀਵਨ ਵਿੱਚ ਕੀਤੀਆਂ ਤੇ ਅੱਜ ਵੀ ਕਰ ਰਹੇ ਹਨ। ਸਤਿਗੁਰੂ ਮਹਾਰਾਜ ਦਾ ਗੁਰਤਾ ਗੱਦੀ ਜਿਸ ਵੇਲੇ, ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦਾ ਆਇਆ, ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਦਿੱਤੀ, ਗੁਰੂ ਅੰਗਦ ਦੇਵ ਜੀ ਬਣਾਇਆ, ਤੇ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਨੂੰ ਜ਼ਿੰਮੇਵਾਰੀ ਦਿੱਤੀ। ਤੇ ਉਸ ਵੇਲੇ ਵੀ, ਤੇ ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਸ਼ ਕੀਤੀ, ਉਸ ਵੇਲੇ ਵੀ ਝਗੜਾ ਸਾਹਮਣੇ ਆਇਆ। ਪਰ ਅੱਜ ਝਗੜਾ ਜਿਹੜਾ ਹੈ ਉਹ ਐਸਾ ਹੈ, ਕਿਉਂਕਿ ਪਰਖ ਜਿਹੜੀ ਆ ਗੁਰੂ ਸਾਹਿਬ ਮਹਾਰਾਜ ਨੇ ਕਰਨੀ ਹੈ। ਸਾਰੀਆਂ ਸੰਗਤਾਂ ਸਮੇਤ ਹੁਣ ਸਤਿਗੁਰੂ ਦੀ ਦ੍ਰਿਸ਼ਟੀ ਪੁੱਤਰਾਂ ਉੱਪਰ ਵੀ ਪਈ। ਗੁਰੂ ਰਾਮਦਾਸ ਜੀ ਨੇ ਦੇਖਿਆ ਕਿ ਦਾਅਵੇਦਾਰ ਬਹੁਤ ਹਨ, ਪਰ ਦ੍ਰਿਸ਼ਟੀ ਵਿੱਚ ਪੂਰਾ ਉਤਰਨ ਵਾਲਾ ਨਜ਼ਰ ਨਾ ਆਇਆ। ਹੁਣ ਬਾਬਾ ਪ੍ਰੀਤੀ ਚੰਦ ਜੀ ਦਾ ਸੁਭਾਅ ਜਿਹੜਾ ਕੁਝ ਮਾਇਆ ਦੀ ਪਕੜ, ਦੁਨਿਆਵੀ ਦਿਖਾਵਾ ਤੇ ਹੰਕਾਰ ਤੇ ਝਗੜਾਲੂ ਜਿਹਾ ਸੀ, ਜਿਸ ਕਰਕੇ ਨਜ਼ਰ ਦੇ ਤਰਾਜੂ ਵਿੱਚ ਪੂਰੇ ਨਹੀਂ ਉਤਰ ਰਹੇ ਸਨ।
ਤੇ ਗੁਰੂ ਪਿਆਰਿਓ, ਬਾਬਾ ਮਹਾਦੇਵ ਜਿਹੜੇ ਦੂਸਰੇ ਸੁਪੁੱਤਰ ਸਨ ਗੁਰੂ ਰਾਮਦਾਸ ਜੀ ਦੇ, ਵੈਸੇ ਹੀ ਬਿਰਕਤ ਸੁਭਾਅ ਦੇ ਸਨ। ਵੈਸੇ ਅਕਸਰ ਇੱਕ ਸਿਆਣੇ ਲੋਕ ਕਿਹਾ ਕਰਦੇ ਆ ਕਿ ਤੰਤੀ ਸਾਹ ਜਿਹੜਾ ਹੁੰਦਾ ਨਾ, ਉਹਦੇ ਵਿੱਚ ਭਾਗ ਛੁਪਿਆ ਹੁੰਦਾ। ਇਹ ਸਬਰ ਦਾ ਜਿਹੜੀ ਸੁਰ ਹੈ ਉਹਦਾ ਜਨਮ ਹੁੰਦਾ, ਤੇ ਉਹਦਾ ਜਨਮ ਤਾਂ ਹੀ ਹੋ ਸਕਦਾ ਕਿ ਜਦੋਂ ਤਾਰਾਂ ਨਾ ਤਾਂ ਬਹੁਤੀਆਂ ਢਿੱਲੀਆਂ ਹੋਣ ਤੇ ਨਾ ਫਿਰ ਬਹੁਤੀਆਂ ਕੱਸੀਆਂ ਹੋਣ, ਦਰਮਿਆਨੀ ਅਵਸਥਾ ਵਿੱਚ ਉਹ ਪ੍ਰਵਾਣੀ ਜਾਂਦੀ ਹੈ ਤਾਂ ਉਹਦੀ ਆਵਾਜ਼ ਨਿਕਲਦੀ। ਹੁਣ ਪ੍ਰਿਥੀ ਚੰਦ ਦੇ ਜੀਵਨ ਦੀਆਂ ਤਾਰਾਂ ਬਹੁਤ ਢਿੱਲੀਆਂ ਸਨ। ਮਹਾਦੇਵ ਜੀ ਨੇ ਇਤਨੀਆਂ ਕੱਸ ਲੀਆਂ ਕਿ ਸੰਸਾਰਕ ਸੰਬੰਧ ਹੀ ਖਤਮ ਕਰ ਲਿਆ। ਬਸ ਸਾਹਿਬ ਗੁਰੂ ਅਰਜਨ ਸਾਹਿਬ ਜੀ, ਜਿਨ੍ਹਾਂ ਨੇ ਜਨਮਤ ਗੁਰਮਤ ਬ੍ਰਹਮ ਪਛਾਣ ਕੇ ਆਪਣਾ ਜੀਵਨ ਨਾ ਨਿਰਾ ਸੰਸਾਰੀ ਤੇ ਨਾ ਹੀ ਸੰਸਾਰ ਤੋਂ ਨਿਰਾ ਬਿਰਕਤ ਹੀ ਰੱਖਿਆ ਸੀ। ਗੁਰੂ ਰਾਮਦਾਸ ਜੀ ਨੇ ਫਿਰ ਚੱਲੀ ਆ ਰਹੀ ਜਿਹੜੀ ਮਰਜ਼ਾਦਾ ਸੀ ਉਹਦੇ ਮੁਤਾਬਕ ਪ੍ਰੀਖਿਆ ਦਾ ਪਰਚਾ ਤਿੰਨਾਂ ਅੱਗੇ ਰੱਖ ਦਿੱਤਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤਾਏ ਦੇ ਪੁੱਤਰ ਸਨ ਭਾਈ ਸਿਹਾਰੀ ਮਲ ਜੀ ਨੇ ਆਪਣੇ ਪੁੱਤਰ ਦੀ ਸ਼ਾਦੀ ਤੈਅ ਕਰਕੇ ਗੁਰੂ ਰਾਮਦਾਸ ਜੀ ਨੂੰ ਅਦਬ ਸਤਿਕਾਰ ਨਾਲ ਸੱਦਾ ਪੱਤਰ ਦੇਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਗੁਰੂ ਸਾਹਿਬ ਜੀ ਨੇ ਭਾਈ ਸਿਹਾਰੀ ਮਲ ਜੀ ਨੂੰ ਸ਼ਾਦੀ ਵੇਲੇ ਮੇਰੇ ਨਾ ਪਹੁੰਚਣ ਦਾ ਕਾਰਨ ਦੱਸਿਆ ਕਿ ਮੇਰੇ ਜਾਣ ਨਾਲ ਆਉਣ ਵਾਲੀਆਂ ਸਾਰੀਆਂ ਵਿਚਾਰਾਂ ਜਿਸ ਸੰਗਤਾਂ ਦੀ ਸੇਵਾ ਸੰਭਾਲ ਚੰਗੀ ਤਰ੍ਹਾਂ ਨਹੀਂ ਹੋ ਸਕਦੀ, ਸਾਰੀਆਂ ਗੱਲਾਂ ਸਮਝਾਤੀਆਂ ਵੀ ਅਸੀਂ ਹਾਜ਼ਰ ਨਹੀਂ ਹੋ ਸਕਦੇ। ਤਦ ਭਾਈ ਸਿਹਾਰੀ ਮਲ ਜੀ ਨੇ ਬੇਨਤੀ ਕੀਤੀ ਵੀ ਕਿਸੇ ਪੁੱਤਰ ਨੂੰ ਭੇਜ ਦਿਓ। ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨੇ ਪੁੱਤਰ ਸੱਦ ਲਏ। ਪਹਿਲਾਂ ਪ੍ਰਿਥੀ ਚੰਦ ਨੂੰ ਆਖਿਆ, ਪਰ ਪ੍ਰਿਥੀ ਚੰਦ ਜੀ ਕਿਹਾ ਮਹਾਰਾਜ ਮੇਰੇ ਤੋਂ ਬਗੈਰ ਗੁਰੂ ਘਰ ਦੇ ਲੈਣ ਦੇਣ ਦਾ ਕੰਮ ਸਾਰਾ ਰੁਕ ਜਾਏਗਾ। ਮੈਂ ਤਾਂ ਇੱਥੇ ਠੀਕ ਹਾਂ, ਵਿਆਹ ਸ਼ਾਦੀਆਂ ਵਿੱਚ ਤਾਂ ਬਹੁਤ ਖੇਚਲਾਂ ਹੁੰਦੀਆਂ ਹਨ, ਰਾਹ ਵਿੱਚ ਗਰਮੀ, ਉੱਥੇ ਰਹਿਣ ਸਹਿਣ, ਰੌਲਾ ਰੱਪਾ ਅਧਿਆਤਕ, ਮੇਰੇ ਕੋਲ ਸਹਾਰਿਆ ਹੀ ਨਹੀਂ ਜਾਣਾ, ਕਿਰਪਾ ਕਰਕੇ ਇੱਥੇ ਰੱਖ ਲਓ ਮੈਨੂੰ। ਤਾਂ ਬਾਬਾ ਮਹਾਦੇਵ ਜੀ ਨੇ ਸਿੱਧਾ ਹੀ ਆਖ ਦਿੱਤਾ ਮੇਰਾ ਅਜਿਹੇ ਕਾਰਜਾਂ ਨਾਲ ਕੋਈ ਵਾਸਤਾ ਹੀ ਨਹੀਂ ਹੈ। ਹੁਣ ਗੁਰੂ ਪਿਆਰਿਓ, ਵਾਰੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਆਈ। ਇਹਨਾਂ ਨੇ ਜਨਮ ਤੋਂ ਹੀ ਗੁਰਮਤਿ ਦੀ ਪਛਾਣ ਕਰ ਲੈਣ ਕਰਕੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਕਿ ਇੱਥੇ ਪ੍ਰਵਾਨ ਕੇਵਲ ਸਚਿਆਰ ਹੋ ਸਕਦਾ, ਪਰ ਸਚਿਆਰ ਕੇਵਲ ਤੇ ਕੇਵਲ ਹੁਕਮ ਰਜਾਈ ਤੁਰ ਕੇ ਹੀ ਬਣਿਆ ਜਾ ਸਕਦਾ, ਕਿਉਂਕਿ ਇਹ ਤਾਂ ਸਾਡਾ ਸਿਧਾਂਤ ਹੈ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਲਾਹੌਰ ਜਾਣ ਲਈ ਤਿਆਰੀ ਕਰ ਲਈ। ਇਹ ਵੀ ਚੇਤੇ ਰੱਖਣ ਯੋਗ ਕਿ ਲਾਹੌਰ ਜਾਣਾ ਇਤਨਾ ਔਖਾ ਨਹੀਂ ਸੀ ਜਿਤਨਾ ਇਹ ਬਚਨ ਨਿਭਾਉਣਾ ਔਖਾ ਸੀ। ਗੁਰੂ ਘਰ ਵੱਲੋਂ ਕੋਈ ਸੁਨੇਹਾ ਨਹੀਂ ਜਾਂਦਾ ਉਨੇ ਚਿਰ ਤੁਸੀਂ ਵਾਪਸ ਨਹੀਂ ਆਉਣਾ। ਇਹ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ। ਇਹ ਅਸਲ ਪ੍ਰੀਖਿਆ ਸੀ। ਇਹ ਸੱਚ ਸਿਰਜਣਹਾਰਾ ਹੀ ਨਿਭਾ ਸਕਦਾ ਸੀ। ਗੁਰੂ ਅਰਜਨ ਸਾਹਿਬ ਜੀ ਨੇ ਲਾਹੌਰ ਜਾਣ ਦੀ ਤਿਆਰੀ ਕਰ ਲਈ। ਕਾਫੀ ਸਮਾਂ ਲੰਘ ਗਿਆ ਪਰ ਕੋਈ ਸੱਦਾ ਹੀ ਨਹੀਂ ਆਇਆ। ਇੱਕ ਚਿੱਠੀ ਲਿਖ ਭੇਜੀ ਗੁਰੂ ਮਹਾਰਾਜ ਜੀ ਕੋਲ, ਬਾਬਾ ਪ੍ਰਿਥੀ ਚੰਦ ਨੇ ਜਾਣੇ ਨਹੀਂ ਦਿੱਤੀ। ਫਿਰ ਪ੍ਰਿਥੀ ਚੰਦ ਸੋਚਦੇ ਸਨ ਕਿ ਮੈਂ ਗੁਰੂ ਜੀ ਦੇ ਨੇੜੇ ਰਹਿ ਕੇ ਜ਼ਿਆਦਾ ਚਹੇਤਾ ਬਣ ਸਕਦਾ। ਦਿਲ ਦੇ ਦਰਦ ਨੇ ਮਜਬੂਰ ਕੀਤਾ। ਦੂਜੀ ਵਾਰ ਫੇਰ ਵੇਦਨਾ ਕਾਗਜ਼ ਤੇ ਹਿੱਕ ਤੇ ਲਿਖ ਕੇ ਭੇਜੀ, ਪਰ ਚਿੱਠੀ ਫੇਰ ਵੀ ਨਾ ਪਹੁੰਚੀ। ਤੀਜੀ ਵਾਰੀ ਅੰਦਰ ਦੀ ਹੂਕ ਅੱਖਰਾਂ ਦਾ ਜਾਮਾ ਪਹਿਨ ਕੇ ਸੇਵਕ ਨੂੰ ਤਾਕੀਦ ਕਰਕੇ ਭੇਜਿਆ ਕਿ ਇਹ ਚਿੱਠੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਦਸਤ ਵਿੱਚ ਹੀ ਦੇਣਾ, ਉਹਨਾਂ ਦੇ ਹੱਥਾਂ ਦੇ ਵਿੱਚ ਦੇਣਾ। ਤੇ ਗੁਰੂ ਪਿਆਰਿਓ, ਗੁਰੂ ਰਾਮਦਾਸ ਜੀ ਕੋਲ ਚਿੱਠੀ ਪਹੁੰਚੀ। ਪੜ੍ਹ ਕੇ ਅਦਬ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਬੁਲਾ ਲਿਆ। ਬਾਕੀ ਚਿੱਠੀਆਂ ਛਪਾਉਣ ਬਾਰੇ ਪੁੱਛਿਆ ਤਾਂ ਪ੍ਰਿਥੀ ਚੰਦ ਦਾ ਕਪਟ ਵੀ ਉਗੜ ਗਿਆ। ਗੁਰੂ ਅਰਜਨ ਸਾਹਿਬ ਜੀ ਗੁਰੂ ਅਮਰਦਾਸ ਜੀ ਦੀ ਥਾਪੀ ਦਾ ਸਦਕਾ ਇਸ ਪ੍ਰੀਖਿਆ ਵਿੱਚ ਪੂਰੇ ਉਤਰੇ ਸਨ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ। ਰਾਜਯੋਗ ਤਖਤ ਜਿਹੜਾ ਸੀ ਗੁਰੂ ਅਰਜਨ ਸਾਹਿਬ ਨੂੰ ਬਖਸ਼ਿਸ਼ ਕਰ ਦਿੱਤਾ। ਭੱਟਾਂ ਦੀ ਜਵਾਨੀ ਬੜਾ ਸੁੰਦਰ ਉਹਨਾਂ ਨੇ ਬਿਆਨ ਕੀਤਾ ਹੈ। ਅੰਤ ਨਾ ਪਾਵਤ ਦੇਵ ਸਵੈ, ਮਨ ਇੰਦਰ ਮਹਾ ਸ਼ਿਵ ਜੋ ਕਰੀ, ਪੁਨ ਬੇਦ ਬਰੰਚ ਵਿਚਾਰਿਓ, ਹਰ ਜਾਪ ਨਾ ਛਾਡੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਰਸਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਜੋਤ ਅਰਜਨ ਮਾਹੇ ਧਰੀ। ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭੇ ਹੋਏ ਇਸ ਸੱਚ ਦੇ ਸਿਧਾਂਤ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਕੂੜ ਦੇ ਹੱਥ ਵਿੱਚ ਕਿਵੇਂ ਦੇ ਸਕਦੇ ਸਨ? ਇਸ ਦਾ ਮਾਲਕ ਤਾਂ ਉਹੀ ਹੋ ਸਕਦਾ ਹੈ ਜਿਸ ਬਾਰੇ ਭਾਈ ਗੁਰਦਾਸ ਜੀ ਦੀ ਰਚਨਾ ਕਹਿ ਰਹੀ ਹੈ ਕਿ ਗੁਰੂ ਅਰਜਨ ਸੱਚ ਸਿਰਜਣਹਾਰਾ। ਉਹ ਐਸੇ ਗੁਰੂ ਮਹਾਰਾਜ
ਜਿਨ੍ਹਾਂ ਨੇ ਮਹਾਨ ਰਹਿਮਤਾਂ ਕੀਤੀਆਂ। ਸਭ ਤੋਂ ਵੱਡੀ ਬਖਸ਼ਿਸ਼ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ, ਬਾਣੀ ਨੂੰ ਇਕੱਤਰ ਕੀਤਾ, ਬਾਣੀ ਨੂੰ ਸੰਪਾਦਨ ਕਰਕੇ ਪਹਿਲਾ ਪ੍ਰਕਾਸ਼ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਨੇ ਪ੍ਰਕਾਸ਼ ਕੀਤਾ। ਤੇ ਕਿਉਂਕਿ ਉਸ ਤੋਂ ਬਾਅਦ ਵੀ ਜਿਸ ਵੇਲੇ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਮਿਲੀ, ਉਸ ਅਚਾਨਕ ਹੀ ਰਸਮ ਤੋਂ ਬਾਅਦ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰੂ ਰਾਮਦਾਸ ਜੀ ਗੋਬਿੰਦਵਾਲ ਸਾਹਿਬ ਚਲੇ ਗਏ। ਤੇ ਇੱਧਰ ਅਚਾਨਕ ਗੁਰਗੱਦੀ ਦੀ ਰਸਮ ਕਰਨੀ ਸੀ। ਪ੍ਰੀਤੀ ਚੰਦ ਬਹੁਤ ਖਰੂਦ ਮਚਾ ਰਿਹਾ ਸੀ, ਪਰ ਗੁਰੂ ਅਰਜਨ ਸਾਹਿਬ ਜੀ ਅਡੋਲ ਦੱਸ ਕੇ ਖੋਣ ਦੀ ਮਤਲਬ ਜੋ ਅਧਿਕਾਰ ਦਿੱਤਾ ਸੀ, ਗੁਰੂ ਸਾਹਿਬ ਨੇ ਦਸਤਾਰ ਦਿੱਤੀ ਜਾਂ ਗੁਰੂ ਬਖਸ਼ਿਸ਼ ਦਿੱਤੀ, ਉਹ ਵੀ ਖੋਣ ਦਾ ਉਸਨੇ ਬਹੁਤ ਕੋਸ਼ਿਸ਼ ਕੀਤੀ। ਪਰ ਸਤਿਗੁਰੂ ਮਹਾਰਾਜ ਸ਼ਾਂਤੀ ਦੇ ਪੁੰਜ। ਪਰ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਇੱਕ ਗੱਲ ਕਹੀ ਸੀ, ਪ੍ਰੀਤੀ ਚੰਦ, ਪੱਗਾਂ ਬੰਨ੍ਹਣ ਨਾਲ ਕੋਈ ਗੁਰੂ ਨਹੀਂ ਬਣ ਸਕਦਾ। ਇਹ ਤਾਂ ਜੋਤ ਜਿਹੜੀ ਹੈ, ਜਿਹੜੀ ਪ੍ਰਮਾਤਮਾ ਦੇ ਦਾਤ, ਜੋਤ ਖਸਮੇ ਵਡਿਆਈ, ਇਹ ਤਾਂ ਪ੍ਰਮਾਤਮਾ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਦਾਤ ਹੈ। ਤੂੰ ਇਹ ਜਿਹੜਾ ਕੰਮ ਕੀਤਾ ਤੈਨੂੰ ਸ਼ੋਭਨੀਕ ਹੈ। ਬਾਅਦ ਵਿੱਚ ਬਹੁਤ ਹਮਲੇ ਕੀਤੇ ਗੁਰੂ ਸਾਹਿਬ ਮਹਾਰਾਜ 'ਤੇ, ਫਿਰ ਬਾਲਕ ਹਰਗੋਬਿੰਦ ਸਾਹਿਬ ਜੀ 'ਤੇ ਹਮਲੇ ਕੀਤੇ, ਪਰ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਰਾ ਕੁਝ ਸ਼ਾਂਤੀ ਦੇ ਨਾਲ ਉਸ ਪ੍ਰਭੂ ਦੇ ਭਾਣੇ ਦੇ ਵਿੱਚ ਰਹਿ ਕੇ ਤੇ ਇਹੀ ਗਾਉਂਦੇ ਰਹੇ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਤਿਗੁਰੂ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਤੇ ਉਹਨਾਂ ਨੇ ਜੋ ਕਾਰਜ ਕੀਤੇ, ਜਿਨ੍ਹਾਂ ਦੇ ਵਿੱਚ 2 ਨਗਰ ਸਤਿਗੁਰੂ ਜੀ ਨੇ ਤਰਨਤਾਰਨ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਕੋਲ ਹੈ ਉਹ ਵਸਾਉਣਾ ਕੀਤਾ। ਹੋਰ ਵੱਡੇ ਕਾਰਜਾਂ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਸਾਰੀ ਬਾਣੀ ਦੀ ਸੰਭਾਲ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਨੇ ਕੀਤੀ। ਕਿਉਂਕਿ ਸਤਿਗੁਰੂ ਨੇ ਬਹੁਤ ਵੱਡੀ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਰਹਿਮਤਾਂ ਕੀਤੀਆਂ ਹਨ। ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਬਿਰਾਜਮਾਨ ਹੋਣ 'ਤੇ ਆਪ ਜੀ ਨੂੰ ਬਹੁਤ ਬੇਅੰਤ ਵਧਾਈਆਂ ਹੋਣ। ਅਸੀਂ ਅਰਦਾਸ ਕਰੀਏ ਕਿ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਦੇ ਅਸੀਂ ਪਾਂਧੀ ਬਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।